ਉਤਪਤ ਅਧਿਆਇ 27। ਤਾਂ ਯੂੰ ਹੋਇਆ ਕਿ ਜਾਂ ਇਸਹਾਕ ਵਿਰੁੱਧ ਹੋ ਗਿਆ ਔਰ ਉਸ ਦੀਆਂ ਅੱਖਾਂ ਧੁੰਦਲਾ ਗਈਆਂ, ਪਈ ਉਹ ਵੇਖ ਨਹੀਂ ਸਕਦਾ ਸੀ। ਤਦ ਉਸ ਆਪਣੇ ਵੱਡੇ ਪੁੱਤਰ ਏਸਾਉ ਨੂੰ ਸੱਦ ਕੇ ਆਖਿਆ, ਮੇਰੇ ਪੁੱਤਰ। ਉਸ ਉਹਨੂੰ ਆਖਿਆ, ਮੈਂ ਹਾਜ਼ਰ ਹਾਂ। ਤਾਂ ਉਸ ਆਖਿਆ, ਵੇਖ ਮੈਂ ਵਿਰੁੱਧ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ, ਸੋ ਤੂੰ ਹੁਣ ਆਪਣੇ ਸ਼ਸਤਰ ਅਰਥਾਤ ਧਨੁਕ ਔਰ ਤਰਕਸ ਲੈ ਔਰ ਰੜ ਵਿੱਚ ਜਾ ਕੇ ਮੇਰੇ ਲਈ ਸ਼ਿਕਾਰ ਮਾਰ ਔਰ ਮੇਰੇ ਲਈ ਸਵਾਦਲਾ ਭੋਜਨ ਤਿਆਰ ਕਰ, ਜਿਹੜਾ ਮੈਨੂੰ ਚੰਗਾ ਲੱਗਦਾ ਹੈ, ਤੇ ਮੇਰੇ ਅੱਗੇ ਪਰੋਸ, ਤਾਂ ਜੋ ਮੈਂ ਖਾਵਾਂ ਔਰ ਮੇਰਾ ਜੀਵ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ। ਜਦ ਇਸਹਾਕ ਆਪਣੇ ਪੁੱਤਰ ਏਸਾਉ ਨਾਲ ਬੋਲਦਾ ਸੀ ਤਾਂ ਰਿਬਕਾ ਸੁਣਦੀ ਸੀ। ਫਿਰ ਏਸਾਉ ਰੜ ਵੱਲ ਚਲਾ ਗਿਆ, ਭਈ ਸ਼ਿਕਾਰ ਮਾਰ ਕੇ ਲੈ ਆਵੇ। ਤਾਂ ਰਿਬਕਾ ਆਪਣੇ ਪੁੱਤਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਸੁਣਿਆ ਜਦ ਉਹ ਤੇਰੇ ਭਰਾ ਏਸਾਉ ਨੂੰ ਇਹ ਬੋਲਿਆ ਕਿ ਮੇਰੇ ਲਈ ਸ਼ਿਕਾਰ ਲੈ ਕੇ ਸਵਾਦਲਾ ਭੋਜਨ ਤਿਆਰ ਕਰ, ਜੋ ਮੈਂ ਖਾਵਾਂ ਔਰ ਯਹੋਵਾ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦਿਆਂ। ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ, ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ। ਇੱਜੜ ਵਿੱਚ ਜਾ ਕੇ ਉੱਤੇ ਮੇਰੇ ਲਈ ਬੱਕਰੀ ਦੇ 2 ਚੰਗੀ ਮੇਮਣੇ ਲਿਆ, ਤਾਂ ਜੋ ਮੈਂ ਉਹਨਾਂ ਤੋਂ ਸਵਾਦਲਾ ਭੋਜਨ ਤੇਰੇ ਪਿਤਾ ਲਈ, ਜਿਹੜਾ ਉਹਨੂੰ ਚੰਗਾ ਲੱਗਦਾ ਹੈ, ਤਿਆਰ ਕਰਾਂ ਅਤੇ ਆਪਣੇ ਪਿਤਾ ਕੋਲ ਲੈ ਜਾ, ਤਾਂ ਜੋ ਉਹ ਖਾਵੇ ਔਰ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ। ਪਰ ਯਾਕੂਬ ਨੇ ਆਪਣੀ ਮਾਤਾ ਰਿਬਕਾ ਨੂੰ ਆਖਿਆ, ਵੇਖ ਮੇਰਾ ਭਰਾ ਏਸਾਉ ਜਥਾਉਣ ਮਨੁੱਖ ਹੈ ਔਰ ਮੈਂ ਰੋਮਹੀਨ ਮਨੁੱਖ ਹਾਂ। ਸ਼ਾਇਦ ਮੇਰਾ ਪਿਤਾ ਮੈਨੂੰ ਟੋਹੇ ਅਤੇ ਮੈਂ ਉਹਦੀਆਂ ਅੱਖਾਂ ਵਿੱਚ ਧੋਖੇਬਾਜ਼ੋਂ ਹੋਵਾਂ, ਤਾਂ ਮੈਂ ਆਪਣੇ ਉੱਤੇ ਬਰਕਤ ਨਹੀਂ ਸਰਾਪ ਪਰ ਲਵਾਂ। ਤਾਂ ਉਹਦੀ ਮਾਤਾ ਨੇ ਉਸ ਨੂੰ ਆਖਿਆ, ਮੇਰੇ ਪੁੱਤਰ ਤੇਰੇ ਸਰਾਪ ਮੇਰੇ ਉੱਤੇ ਆਵੇ, ਤੂੰ ਕੇਵਲ ਮੇਰੀ ਗੱਲ ਸੁਣ ਔਰ ਜਾ ਮੇਰੇ ਲਈ ਉਹਨਾਂ ਨੂੰ ਲਿਆ। ਤਾਂ ਉਸਨੇ ਜਾ ਕੇ ਉਹਨਾਂ ਨੂੰ ਫੜਿਆ ਔਰ ਆਪਣੀ ਮਾਤਾ ਕੋਲ ਲੈ ਆਇਆ ਔਰ ਉਸਦੀ ਮਾਤਾ ਨੇ ਸਵਾਦਲਾ ਭੋਜਨ, ਜਿਹੜਾ ਉਸਦੇ ਪਿਤਾ ਨੂੰ ਚੰਗਾ ਲੱਗਦਾ ਸੀ, ਤਿਆਰ ਕੀਤਾ। ਤਾਂ ਰਿਬਕਾ ਨੇ ਆਪਣੇ ਵੱਡੇ ਪੁੱਤਰ ਏਸਾਉ ਦੇ ਰਾਖਵੇਂ ਬਸਤਰ, ਜਿਹੜੇ ਘਰ ਵਿੱਚ ਉਸਦੇ ਕੋਲ ਸਨ, ਆਪਣੇ ਨਿੱਕੇ ਪੁੱਤਰ ਯਾਕੂਬ ਨੂੰ ਪਵਾਈ ਅਤੇ ਮੇਮਨੀਆਂ ਦੀਆਂ ਖੱਲਾਂ ਉਸਦੇ ਹੱਥਾਂ ਔਰ ਉਸਦੀ ਰੋਮਹੀਨ ਤੌਣ ਉੱਤੇ ਲਪੇਟੀਆਂ। ਤਾਂ ਉਸਨੇ ਉਹ ਸਵਾਦਲਾ ਭੋਜਨ ਔਰ ਰੋਟੀ, ਜਿਸਨੂੰ ਉਸਨੇ ਤਿਆਰ ਕੀਤਾ ਸੀ, ਆਪਣੇ ਪੁੱਤਰ ਯਾਕੂਬ ਦੇ ਹੱਥ ਵਿੱਚ ਦਿੱਤਾ। ਤਾਂ ਉਸਨੇ ਆਪਣੇ ਪਿਤਾ ਦੇ ਕੋਲ ਜਾ ਕੇ ਆਖਿਆ, ਪਿਤਾ ਜੀ। ਤਾਂ ਉਸ ਆਖਿਆ, ਕੀ ਗੱਲ ਹੈ, ਤੂੰ ਕੌਣ ਹੈ ਮੇਰੇ ਪੁੱਤਰ? ਯਾਕੂਬ ਨੇ ਪਿਤਾ ਨੂੰ ਆਖਿਆ, ਮੈਂ ਏਸਾਉ ਤੇਰਾ ਪਲੋਟਾ ਪੁੱਤਰ ਹਾਂ। ਮੈਂ ਉਵੇਂ ਕੀਤਾ ਜਿਵੇਂ ਤੁਸੀਂ ਮੈਨੂੰ ਬੋਲੇ। ਉੱਠ ਬੈਠੋ ਔਰ ਮੇਰੇ ਸ਼ਿਕਾਰ ਤੋਂ ਖਾਓ, ਤਾਂ ਜੋ ਤੁਹਾਡਾ ਜੀਵ ਮੈਨੂੰ ਬਰਕਤ ਦੇਵੇ। ਇਸਹਾਕ ਨੇ ਆਪਣੇ ਪੁੱਤਰ ਨੂੰ ਆਖਿਆ, ਫਿਕਰ ਤੈਨੂੰ ਇੰਨੀ ਸਦਾਪੀ ਇਹ ਲੱਭਾ ਮੇਰੇ ਪੁੱਤਰ? ਤਾਂ ਉਸ ਆਖਿਆ, ਯਹੋਵਾ ਤੁਹਾਡਾ ਪਰਮੇਸ਼ਰ ਨੇ ਉਹਨੂੰ ਮੇਰੇ ਅੱਗੇ ਲਾ ਦਿੱਤਾ। ਤਾਂ ਇਸਹਾਕ ਨੇ ਯਾਕੂਬ ਨੂੰ ਆਖਿਆ, ਹੈ ਮੇਰੇ ਪੁੱਤਰ ਮੇਰੇ ਨੇੜੇ ਆ, ਤਾਂ ਜੋ ਮੈਂ ਤੈਨੂੰ ਟੋਹਾਂ, ਭਈ ਤੂੰ ਮੇਰਾ ਉਹ ਪੁੱਤਰ ਏਸਾਉ ਹੈ ਕਿ ਨਹੀਂ। ਤਦ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਔਰ ਉਹਨੂੰ ਟੋਹ ਕੇ ਆਖਿਆ, ਤੇਰੀ ਆਵਾਜ਼ ਤਾਂ ਯਾਕੂਬ ਦੀ ਹੈ, ਪਰ ਹੱਥ ਏਸਾਉ ਦੇ ਹਨ। ਉਸ ਉਹਨੂੰ ਨਾ ਪਛਾਤਾ, ਕਿਉਂ ਜੋ ਉਹਦੇ ਹੱਥ ਉਹਦੇ ਭਰਾ ਏਸਾਉ ਦੇ ਹੱਥਾਂ ਵਰਗੇ ਜਥਾਉਲੇ ਸਨ। ਉਪਰੰਤ ਉਸਨੇ ਉਹਨੂੰ ਬਰਕਤ ਦਿੱਤੀ। ਉਸ ਆਖਿਆ, ਕੀ ਤੂੰ ਸੱਚਮੁੱਚ ਮੇਰਾ ਪੁੱਤਰ ਏਸਾਉ ਹੀ ਹੈ? ਤਦ ਉਸ ਆਖਿਆ, ਮੈਂ ਹਾਂ। ਉਸ ਆਖਿਆ, ਉਹਨੂੰ ਮੇਰੇ ਨੇੜੇ ਲਿਆ, ਭਈ ਮੈਂ ਆਪਣੀ ਪੁੱਤਰ ਦੇ ਸ਼ਿਕਾਰ ਵਿੱਚੋਂ ਖਾਵਾਂ, ਤਾਂ ਜੋ ਮੇਰਾ ਜੀਵ ਤੈਨੂੰ ਬਰਕਤ ਦੇਵੇ। ਤਾਂ ਉਹ ਉਸਦੇ ਕੋਲ ਲੈ ਗਿਆ ਔਰ ਉਸ ਖਾਧਾ ਔਰ ਉਸਦੇ ਲਈ ਮਦ ਲਿਆਇਆ ਅਤੇ ਉਸ ਪੀਤੀ। ਉਸਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ,
ਮੇਰੇ ਨੇੜੇ ਆ ਕੇ ਮੈਨੂੰ ਚੁੰਮ ਮੇਰੇ ਪੁੱਤਰ। ਫਿਰ ਉਸ ਨੇੜੇ ਜਾ ਕੇ ਉਸ ਨੂੰ ਚੁੰਮਿਆ ਤਾਂ ਉਸ ਦੇ ਵਸਤਰ ਦੀ ਵਾਸਨਾ ਸੁੰਘੀ ਔਰ ਉਸ ਨੂੰ ਬਰਕਤ ਦਿੱਤੀ। ਫਿਰ ਉਸ ਆਖਿਆ, ਵੇਖ ਮੇਰੇ ਪੁੱਤਰ ਦੀ ਵਾਸਨਾ ਉਸ ਖੇਤ ਦੀ ਵਾਸਨਾ ਵਰਗੀ ਹੈ ਜਿਸ ਨੂੰ ਯਹੋਵਾ ਨੇ ਬਰਕਤ ਦਿੱਤੀ ਹੋਵੇ। ਪਰਮੇਸ਼ਰ ਤੈਨੂੰ ਆਕਾਸ਼ ਦੀ ਤਰੇਲ ਤੋਂ ਤੇ ਧਰਤੀ ਦੀ ਚਿਕਨਾਈ ਤੋਂ ਅਤੇ ਅਨਾਜ ਔਰ ਦਾਖਰਸ ਦੀ ਬਹੁਤਾਇਤ ਤੋਂ ਦੇਵੇ। ਕੌਮਾਂ ਤੇਰੀ ਟਹਿਲ ਕਰਨ ਅਤੇ ਉਮਤਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋ ਅਤੇ ਤੇਰੀ ਮਾਤਾ ਦੇ ਪੁੱਤਰ ਤੇਰੇ ਅੱਗੇ ਝੁਕਣ। ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ ਜਾਵੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ ਹੋਵੇ। ਤਾਂ ਯੂੰ ਹੋਇਆ ਕਿ ਜਦੋਂ ਇਸਹਾਕ ਯਾਕੂਬ ਨੂੰ ਬਰਕਤ ਦੇ ਹਟਿਆ ਅਤੇ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿਕਲਿਆ ਹੀ ਸੀ ਕਿ ਉਸ ਦਾ ਭਰਾ ਏਸਾਉ ਸਿਕਾਰੋਂ ਆਇਆ। ਤਾਂ ਉਸਨੇ ਵੀ ਸਵਾਦਲਾ ਭੋਜਨ ਤਿਆਰ ਕੀਤਾ ਔਰ ਆਪਣੇ ਪਿਤਾ ਕੋਲ ਲਿਆਇਆ ਅਤੇ ਆਪਣੇ ਪਿਤਾ ਨੂੰ ਆਖਿਆ, ਭਈ ਮੇਰਾ ਪਿਤਾ ਉਠੋ ਔਰ ਆਪਣੇ ਪੁੱਤਰ ਦੇ ਸਿਕਾਰ ਤੋਂ ਖਾਵੇ ਔਰ ਤੁਹਾਡਾ ਜੀਵ ਮੈਨੂੰ ਬਰਕਤ ਦੇਵੇ। ਤਾਂ ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਤੂੰ ਕੌਣ ਹੈ? ਤਾਂ ਉਸ ਆਖਿਆ, ਮੈਂ ਤੁਹਾਡਾ ਪਲੋਟਾ ਪੁੱਤਰ ਏਸਾਉ ਹਾਂ। ਤਾਂ ਇਸਹਾਕ ਨੇ ਅਤਿਅੰਤ ਤਰ ਕੰਬਦੇ ਹੋਏ ਆਖਿਆ, ਫਿਰ ਉਹ ਕੌਣ ਸੀ ਜਿਹੜਾ ਸਿਕਾਰ ਮਾਰ ਕੇ ਮੇਰੇ ਕੋਲ ਲਿਆਇਆ? ਮੈਂ ਸਾਰੇ ਵਿੱਚੋਂ ਤੇਰੇ ਆਉਣ ਤੋਂ ਪਹਿਲਾਂ ਖਾਧਾ ਔਰ ਮੈਂ ਉਸੇ ਨੂੰ ਬਰਕਤ ਦਿੱਤੀ, ਸੋ ਉਹ ਜ਼ਰੂਰ ਮੁਬਾਰਕ ਹੋਵੇਗਾ। ਤਦ ਏਸਾਉ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਅਤਿਅੰਤ ਕੁੜਤਣ ਨਾਲ ਫੂਫਾ ਮਾਰ ਕੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਮੈਨੂੰ ਵੀ ਬਰਕਤ ਦਿਓ। ਤਾਂ ਉਸ ਆਖਿਆ, ਤੇਰਾ ਭਰਾ ਧੋਖੇ ਨਾਲ ਆ ਕੇ ਤੇਰੀ ਬਰਕਤ ਲੈ ਗਿਆ। ਉਸਨੇ ਆਖਿਆ ਕਿ ਉਸ ਦਾ ਨਾਮ ਠੀਕ ਯਾਕੂਬ ਨਹੀਂ ਰੱਖਿਆ ਗਿਆ ਕਿ ਹੁਣ ਦੂਜੀ ਵਾਰ ਮੇਰੇ ਸੰਗ ਧੋਖਾ ਕੀਤਾ ਹੈ। ਉਸਨੇ ਫਲੋਟੀ ਦਾ ਹੱਕ ਵੀ ਲੈ ਲਿਆ ਔਰ ਵੇਖੋ ਹੁਣ ਮੇਰੇ ਬਰਕਤ ਵੀ ਲੈ ਲਈ। ਤਾਂ ਉਸ ਆਖਿਆ ਕਿ ਤੁਸਾਂ ਮੇਰੇ ਲਈ ਕੋਈ ਬਰਕਤ ਨਹੀਂ ਰੱਖੀ ਛੱਡੀ। ਤਾਂ ਇਸਹਾਕ ਨੇ ਏਸਾਉ ਨੂੰ ਇਹ ਉੱਤਰ ਦਿੱਤਾ, ਵੇਖ ਮੈਂ ਉਹਨੂੰ ਤੇਰਾ ਸਰਦਾਰ ਠਹਿਰਾਇਆ ਅਤੇ ਉਸਦੇ ਸਾਰੇ ਭਰਾਵਾਂ ਨੂੰ ਉਸ ਦੀ ਸੇਵਾ ਲਈ ਦਿੱਤਾ ਔਰ ਅਨਾਜ ਔਰ ਦਾਖਰਸ ਉਸ ਨੂੰ ਦਿੱਤੀ। ਹੁਣ ਮੇਰੇ ਪੁੱਤਰ ਮੈਂ ਤੇਰੇ ਲਈ ਕੀ ਕਰਾਂ? ਤਾਂ ਏਸਾਉ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ, ਕੀ ਤੁਹਾਡੇ ਕੋਲ ਇੱਕੋ ਹੀ ਬਰਕਤ ਹੈ ਮੇਰੇ ਪਿਤਾ, ਮੈਨੂੰ ਵੀ ਬਰਕਤ ਦਿਓ। ਤਾਂ ਏਸਾਉ ਉੱਚੀ ਫੂਫਾ ਮਾਰਿਆ ਔਰ ਰੋਇਆ। ਉਹਦੇ ਪਿਤਾ ਇਸਹਾਕ ਨੇ ਉਹਨੂੰ ਇਹ ਉੱਤਰ ਦਿੱਤਾ, ਵੇਖ ਧਰਤੀ ਦੀ ਚਿਕਨਾਈ ਅਤੇ ਉੱਪਰੋਂ ਆਕਾਸ਼ ਦੀ ਤਰੇਲ ਤੋਂ ਰਹਿਣਾ ਤੇਰਾ ਹੋ। ਤੂੰ ਆਪਣੀ ਤੇਗ ਨਾਲ ਜੀਵੇਗਾ ਔਰ ਤੂੰ ਆਪਣੇ ਭਰਾ ਦੀ ਟਹਿਲ ਕਰੇਗਾ ਔਰ ਇਉਂ ਹੋਵੇਗਾ ਕਿ ਜਦ ਤੂੰ ਆਵਾਰਾ ਫਿਰੇਗਾ ਤਾਂ ਤੂੰ ਉਹਦਾ ਝੂਲਾ ਆਪਣੀ ਤੌਣ ਉੱਤੋਂ ਪੰਨ ਸੁੱਟੇਗਾ। ਏਸਾਉ ਨੇ ਯਾਕੂਬ ਨਾਲ ਉਸ ਬਰਕਤ ਦੇ ਕਾਰਨ ਜਿਹੜੀ ਉਸ ਦੇ ਪਿਤਾ ਨੇ ਉਹਨੂੰ ਦਿੱਤੀ ਵੈਰ ਰੱਖਿਆ ਔਰ ਏਸਾਉ ਨੇ ਆਪਣੇ ਮਨ ਵਿੱਚ ਆਖਿਆ, ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਹਨ, ਫਿਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਸੁੱਟਾਂਗਾ। ਉਪਰੰਤ ਰਿਬਕਾ ਨੂੰ ਉਸ ਦੇ ਵੱਡੇ ਪੁੱਤਰ ਏਸਾਉ ਦੀਆਂ ਗੱਲਾਂ ਦੱਸੀਆਂ ਗਈਆਂ। ਤਦ ਉਸ ਆਪਣੇ ਨਿੱਕੇ ਪੁੱਤਰ ਯਾਕੂਬ ਨੂੰ ਬੁਲਾ ਭੇਜਿਆ ਕਿ ਵੇਖ ਤੇਰਾ ਭਰਾ ਆਪਣੇ ਆਪ ਨੂੰ ਤੇਰੇ ਵਿਖੇ ਤਸੱਲੀ ਦਿੰਦਾ ਹੈ ਕਿ ਤੈਨੂੰ ਮਾਰ ਸੁੱਟੇ। ਸੋ ਹੁਣ ਮੇਰੇ ਪੁੱਤਰ ਮੇਰੀ ਗੱਲ ਸੁਣ, ਉੱਠ ਔਰ ਮੇਰੇ ਭਰਾ ਲਾਬਨ ਕੋਲ ਹਾਰਾਨ ਨੂੰ ਭੱਜ ਜਾ ਔਰ ਥੋੜੇ ਦਿਨ ਉਸਦੇ ਕੋਲ ਰਹਿ, ਜਦ ਤਿੱਕਰ ਤੇਰੇ ਭਰਾ ਦਾ ਕ੍ਰੋਧ ਤੇਤੋਂ ਨਾ ਹਟ ਜਾਵੇ ਅਤੇ ਜੋ ਕੁਝ ਤੈਂ ਉਸ ਨਾਲ ਕੀਤਾ ਹੈ ਨਾ ਭੁੱਲ ਜਾਵੇ, ਤਦ ਤੱਕ ਮੈਂ ਤੈਨੂੰ ਉੱਤੋਂ ਨਹੀਂ ਸੱਦਾਂਗੀ। ਮੈਂ ਕਿਉਂ ਇੱਕ ਦਿਹਾੜੇ ਤੁਸਾਂ ਦੋਹਾਂ ਨੂੰ ਗਵਾ ਬੈਠਾ? ਰਿਬਕਾ ਨੇ ਇਸਹਾਕ ਨੂੰ ਆਖਿਆ, ਮੈਂ ਖੇਤ ਦੀਆਂ ਧੀਆਂ ਵੱਲੋਂ
ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ ਹੇਤ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਇਸ ਦੇਸ਼ ਦੀਆਂ ਧੀਆਂ ਹਨ, ਤਾਂ ਮੈਂ ਕਿਵੇਂ ਜੀਵਦੀ ਰਹਾਂਗੀ। ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 5। ਫਿਲਿਸਤੀਆਂ ਨੇ ਪਰਮੇਸ਼ਰ ਦਾ ਸੰਦੂਕ ਲੈ ਕੇ ਉਸ ਨੂੰ ਅਬਨਜ਼ਰ ਤੋਂ ਅਸਦੋਦ ਤੋੜੀ ਅੱਪੜ ਦਿੱਤਾ, ਅਤੇ ਜਦ ਫਿਲਿਸਤੀਆਂ ਨੇ ਪਰਮੇਸ਼ਰ ਦੇ ਸੰਦੂਕ ਨੂੰ ਫੜ ਲਿਆ ਤਾਂ ਉਹ ਉਸ ਨੂੰ ਦਾਗੋਨ ਦੇ ਘਰ ਵਿੱਚ ਲਿਆਏ ਅਤੇ ਦਾਗੋਨ ਕੋਲ ਰੱਖਿਆ। ਜਦ ਸਵੇਰ ਨੂੰ ਅਸਦੋਦੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਤੇ ਡਿੱਗਿਆ ਪਿਆ ਸੀ। ਤਦ ਉਹਨਾਂ ਨੇ ਦਾਗੋਨ ਨੂੰ ਚੁੱਕ ਕੇ ਉਹਦੇ ਥਾਂ ਉੱਤੇ ਉਹਨੂੰ ਖਿਲਾਰਿਆ। ਅਗਲੇ ਪਲ ਉਹ ਫਿਰ ਮਨੇਰੇ ਹੀ ਉੱਠੇ ਤਾਂ ਵੇਖੋ, ਦਾਗੋਨ ਯਹੋਵਾ ਦੇ ਸੰਦੂਕ ਅੱਗੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਪਿਆ ਸੀ, ਅਤੇ ਦਾਗੋਨ ਦਾ ਸਿਰ ਅਤੇ ਉਸਦੇ ਦੋਹਾਂ ਹੱਥਾਂ ਦੀ ਤਲੀਆਂ ਸਰਦਲ ਉੱਤੇ ਵੱਢੀ ਪਈ ਸਨ। ਨਿਰਾ ਪੂਰਾ ਉਹਦਾ ਧੜ ਰਹਿ ਗਿਆ। ਇਸ ਲਈ ਅਸਦੋਦ ਵਿੱਚ ਦਾਗੋਨ ਦੇ ਪੁਜਾਰੀ ਅਤੇ ਸਭੇ ਜੋ ਦਾਗੋਨ ਦੇ ਮੰਦਰ ਵਿੱਚ ਆਉਂਦੇ ਹਨ, ਅੱਜ ਤੋੜੀ ਦਾਗੋਨ ਦੀ ਸਰਦਲ ਉੱਤੇ ਪੈਰ ਨਹੀਂ ਧਰਦੇ। ਪਰ ਯਹੋਵਾ ਦਾ ਹੱਥ ਅਸਦੋਦ ਦੀਆਂ ਉੱਤੇ ਠਾੜਾ ਪੈ ਗਿਆ ਸੀ, ਅਤੇ ਉਸ ਨੇ ਉਹਨਾਂ ਦਾ ਨਾਸ ਕੀਤਾ ਅਤੇ ਅਸਦੋਦ ਨੂੰ ਉਹਦੇ ਉਦਾਲੇ ਦੀਆਂ ਲੋਕਾਂ ਸਣੇ ਮਵੇਸ਼ੀਆਂ ਨਾਲ ਮਾਰਿਆ। ਜਦ ਅਸਦੋਦੀਆਂ ਨੇ ਦੇਖਿਆ ਜੋ ਇਹ ਗੱਲ ਹੋਈ ਹੈ, ਤਾਂ ਉਹਨਾਂ ਨੇ ਆਖਿਆ, ਭਾਈ ਇਸਰਾਏਲ ਦੇ ਪਰਮੇਸ਼ਰ ਦਾ ਸੰਦੂਕ ਸਾਡੇ ਕੋਲ ਨਾ ਰਹੇ, ਕਿਉਂ ਜੋ ਉਹਦਾ ਹੱਥ ਸਾਡੇ ਉੱਤੇ ਅਤੇ ਸਾਡੇ ਦੇਵਤੇ ਦਾਗੋਨ ਦੇ ਉੱਤੇ ਭਾਰਾ ਹੈ। ਸੋ ਉਹਨਾਂ ਨੇ ਫਿਲਿਸਤੀਆਂ ਦੇ ਸਭਨਾਂ ਸਰਦਾਰਾਂ ਨੂੰ ਸੱਦ ਕੇ ਆਪਣੇ ਕੋਲ ਇਕੱਠਿਆਂ ਕੀਤਾ ਅਤੇ ਆਖਿਆ, ਅਸੀਂ ਇਸਰਾਏਲ ਦੇ ਪਰਮੇਸ਼ਰ ਦੇ ਸੰਦੂਕ ਨੂੰ ਕੀ ਕਰੀਏ। ਤਦ ਉਹਨਾਂ ਨੇ ਉੱਤਰ ਦਿੱਤਾ ਕਿ ਇਹ ਲੋੜੀਦਾ ਹੈ, ਇਸਰਾਏਲ ਦੇ ਪਰਮੇਸ਼ਰ ਦੇ ਸੰਦੂਕ ਨੂੰ ਗੱਤ ਵਿੱਚ ਲੈ ਜਾਣ। ਸੋ ਉਹ ਇਸਰਾਏਲ ਦੇ ਸੰਦੂਕ ਨੂੰ ਗੱਤ ਵਿੱਚ ਲੈ ਗਏ। ਜਦ ਉਹ ਉਸ ਨੂੰ ਉੱਤੇ ਲੈ ਗਏ ਸਨ, ਤਾਂ ਅਜਿਹਾ ਹੋਇਆ ਜੋ ਯਹੋਵਾ ਦਾ ਹੱਥ ਉਸ ਸ਼ਹਿਰ ਦੇ ਨਾਸ ਕਰਨ ਨੂੰ ਉਹਦੇ ਉੱਤੇ ਵੀ ਪਸਰ ਗਿਆ, ਅਤੇ ਉਹਨੇ ਉਸ ਸ਼ਹਿਰ ਦੀਆਂ ਲੋਕਾਂ ਨੂੰ ਨਿੱਕੀਆਂ ਤੋਂ ਲੈ ਕੇ ਵੱਡੀਆਂ ਤੋੜੀ ਮਾਰਿਆ, ਅਤੇ ਉਹਨਾਂ ਦੀਆਂ ਗੁੱਦਾਂ ਵਿੱਚ ਮਵੇਸ਼ੀਆਂ ਨਿਕਲੀਆਂ। ਤਦ ਉਹਨਾਂ ਨੇ ਪਰਮੇਸ਼ਰ ਦਾ ਸੰਦੂਕ ਅਕਰੋਨ ਨੂੰ ਭੇਜਿਆ। ਪਰ ਜਿਸ ਵੇਲੇ ਪਰਮੇਸ਼ਰ ਦਾ ਸੰਦੂਕ ਅਕਰੋਨ ਵਿੱਚ ਅੱਪੜਿਆ ਤਾਂ ਅਜਿਹਾ ਹੋਇਆ ਜੋ ਅਕਰੋਨ ਚੀਕ ਉੱਠੇ ਪਏ, ਉਹ ਇਸਰਾਏਲ ਦੇ ਪਰਮੇਸ਼ਰ ਦੇ ਸੰਦੂਕ ਨੂੰ ਸਾਡੇ ਵਿੱਚ ਇਸ ਲਈ ਲਿਆਏ ਹਨ ਜੋ ਸਾਡੇ ਅਤੇ ਸਾਡੀਆਂ ਲੋਕਾਂ ਦਾ ਨਾਸ ਕਰਨ। ਸੋ ਉਹਨਾਂ ਨੇ ਫਿਲਿਸਤੀਆਂ ਦੀਆਂ ਸਰਦਾਰਾਂ ਨੂੰ ਸੱਦ ਕੇ ਇਕੱਠਿਆਂ ਕੀਤਾ ਅਤੇ ਆਖਿਆ ਕਿ ਇਸਰਾਏਲ ਦੇ ਪਰਮੇਸ਼ਰ ਦੇ ਸੰਦੂਕ ਨੂੰ ਮੋੜ ਭੇਜੋ, ਭਾਈ ਉਹ ਆਪਣੇ ਥਾਂ ਜਾਵੇ, ਜੋ ਸਾਡਾ ਅਤੇ ਸਾਡਿਆਂ ਲੋਕਾਂ ਦਾ ਨਾਸ ਨਾ ਕਰੇ, ਕਿਉਂ ਜੋ ਉੱਤੇ ਸਾਰੇ ਸ਼ਹਿਰ ਵਿੱਚ ਮੌਤ ਦੀ ਵੱਡੀ ਧੁੰਮ ਪੈ ਗਈ ਸੀ, ਅਤੇ ਉੱਤੇ ਪਰਮੇਸ਼ਰ ਦਾ ਹੱਥ ਅਤ ਭਾਰਾ ਸੀ, ਅਤੇ ਉਹ ਲੋਕ ਜੋ ਮੋਏ ਨਹੀਂ ਸਨ, ਸੋ ਮਵੇਸ਼ੀਆਂ ਨਾਲ ਮਾਂਦੇ ਸਨ, ਅਤੇ ਸ਼ਹਿਰ ਦੀ ਦੁਹਾਈ ਆਕਾਸ਼ ਤੋੜੀ ਜਾ ਪਹੁੰਚੀ। ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 6। ਸੋ ਯਹੋਵਾ ਦਾ ਸੰਦੂਕ 7 ਮਹੀਨਿਆਂ ਤੋੜੀ ਫਿਲਿਸਤੀਆਂ ਦੇ ਦੇਸ਼ ਵਿੱਚ ਰਿਹਾ। ਤਦ ਫਿਲਿਸਤੀਆਂ ਨੇ ਪੁਜਾਰੀਆਂ ਅਤੇ ਜੋਤਸ਼ੀਆਂ ਨੂੰ ਸੱਦਿਆ ਅਤੇ ਆਖਿਆ ਕਿ ਯਹੋਵਾ ਦੇ ਇਸ ਸੰਦੂਕ ਨੂੰ ਅਸੀਂ ਕੀ ਕਰੀਏ, ਸਾਨੂੰ ਦੱਸੋ ਜੋ ਕਿਕਰ ਉਹਨੂੰ ਉਹਦੇ ਥਾਂ ਵਿੱਚ ਅੱਪੜਾਈਏ। ਉਹ ਬੋਲੇ, ਜੇ ਤੁਸੀਂ ਇਸਰਾਏਲ ਦੇ ਪਰਮੇਸ਼ਰ ਦੇ ਸੰਦੂਕ ਨੂੰ ਮੋੜ ਭੇਜਦੇ ਹੋ ਤਾਂ ਸਕਣਾ ਨਾ ਕੱਲੋ, ਸਗੋਂ ਇੱਕ ਦੋਸਤ ਦੀ ਭੇਟ ਉਹਦੇ ਨਾਲ ਜ਼ਰੂਰ ਭੇਜਣੀ, ਤਾਂ ਤੁਸੀਂ ਨਿਰੋਏ ਹੋ ਜਾਓ ਅਤੇ ਤੁਸੀਂ ਜਾਣ ਲਵੋਗੇ ਜੋ ਉਹ ਤੁਹਾਤੋਂ ਕਿਸ ਲਈ ਨਹੀਂ ਹੱਥ ਚੁੱਕਦਾ। ਤਦ ਉਹਨਾਂ ਨੇ ਪੁੱਛਿਆ, ਅਸੀਂ ਦੋਸਤ ਦੀ ਭੇਟ
ਕਿਹੋ ਜਿਹੇ ਭੇਜੀਏ। ਉਹ ਬੋਲੇ, ਫਲਿਸਤੀ ਸਰਦਾਰਾਂ ਦੀ ਗਿਣਤੀ ਅਨੁਸਾਰ 5 ਸੁਨਹਿਰੀ ਮਵੇਸ਼ੀਆਂ ਅਤੇ 5 ਸੁਨਹਿਰੀ ਚੂਹੀਆਂ, ਕਿਉਂ ਜੋ ਤੁਸੀਂ ਸਭਨਾਂ ਉੱਤੇ ਅਤੇ ਤੁਹਾਡੇ ਸਰਦਾਰਾਂ ਉੱਤੇ ਇੱਕੋ ਜਿਹੀ ਬਵਾ ਹੈ। ਸੋ ਤੁਸੀਂ ਆਪਣੇ ਮਵੇਸ਼ੀਆਂ ਦੀਆਂ ਮੂਰਤਾਂ ਅਤੇ ਉਹਨਾਂ ਚੂਹੀਆਂ ਦੀਆਂ ਮੂਰਤਾਂ ਜੋ ਦੇਸ਼ ਨੂੰ ਵਿਗਾੜਦੀਆਂ ਹਨ ਬਣਾਓ ਅਤੇ ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰੋ, ਕਿ ਜਾਣੀਏ ਜੇ ਉਹ ਤੁਹਾਤੋਂ ਅਤੇ ਤੁਹਾਡੇ ਦੇਵਤਿਆਂ ਅਤੇ ਤੁਹਾਡੇ ਦੇਸ਼ ਉੱਤੋਂ ਆਪਣਾ ਹੱਥ ਚੁੱਕ ਲਵੇ। ਤੁਸੀਂ ਆਪਣੇ ਮਨ ਨੂੰ ਕਰੜਾ ਕਿਉਂ ਕਰਦੇ ਹੋ? ਜ਼ਿਕਰ ਮਿਸਰੀਆਂ ਨੇ ਅਤੇ ਫਿਰੌਨ ਨੇ ਆਪਣੇ ਮਨਾਂ ਨੂੰ ਕਰੜਾ ਕੀਤਾ, ਜਿਸ ਵੇਲੇ ਉਹਨਾਂ ਨੂੰ ਉਸ ਨੂੰ ਅਚਰਜ ਸ਼ਕਤੀਆਂ ਦੱਸੀਆਂ। ਭਲਾ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਾਣ ਨਹੀਂ ਦਿੱਤਾ ਅਤੇ ਉਹ ਚੱਲੇ ਨਾ ਗਏ। ਹੁਣ ਤੁਸੀਂ ਇੱਕ ਨਵੀਂ ਗੱਡੀ ਬਣਾਓ ਅਤੇ 2 ਲਵੇਰੀਆਂ ਗਊਆਂ ਲਓ ਜੋ ਜੂਲੇ ਹੇਠ ਨਾ ਆਈਆਂ ਹੋਣ, ਅਤੇ ਉਹਨਾਂ ਗਊਆਂ ਨੂੰ ਗੱਡੀ ਹੇਠ ਜੋਤ ਲਓ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਪਿੱਛੇ ਕਰ ਰਹਿਣ ਦਿਓ ਅਤੇ ਯਹੋਵਾ ਦਾ ਸੰਦੂਕ ਲੈ ਕੇ ਉਸ ਗੱਡੀ ਦੇ ਉੱਤੇ ਰੱਖੋ ਅਤੇ ਸੋਨੇ ਦੀਆਂ ਵਸਤਾਂ ਜੋ ਦੋਸਤ ਦੀ ਭੇਟ ਲਈ ਉਹਦੇ ਕੋਲ ਭੇਜਦੇ ਹੋ, ਇੱਕ ਸੰਦੂਕੜੀ ਵਿੱਚ ਪਾ ਕੇ ਉਹਦੇ ਇੱਕ ਪਾਸੇ ਧਰ ਦਿਓ ਅਤੇ ਉਹਨੂੰ ਵਿਦਿਆ ਕਰ ਦਿਓ ਜੋ ਤੁਰ ਜਾਵੇ। ਅਤੇ ਵੇਖੋ, ਜੇ ਉਹ ਆਪਣੇ ਬੰਨੇ ਦੇ ਰਾਹ ਬੇਤਸਾਇਦਾ ਵੱਲ ਚੜੇ ਤਾਂ ਇਹ ਵੱਡੀ ਵਿਪਤਾ ਉਸਨੇ ਸਾਡੇ ਉੱਤੇ ਪਾਈ ਹੈ, ਅਤੇ ਜੇ ਨਾ ਜਾਵੇ ਤਾਂ ਅਸੀਂ ਜਾਣਾਂਗੇ ਪਏ ਸਾਡੇ ਉੱਤੇ ਉਹਦਾ ਹੱਥ ਨਹੀਂ ਚੱਲਿਆ। ਸਗੋਂ ਇਹ ਗੱਲ ਜੋ ਸਾਡੇ ਉੱਤੇ ਹੋਈ ਹੈ ਸੋ ਐਵੇਂ ਹੀ ਹੋਈ ਹੈ। ਸੋ ਲੋਕਾਂ ਨੇ ਅਜਿਹਾ ਹੀ ਕੀਤਾ, ਜੋ 2 ਲਵੇਰੀਆਂ ਗਊਆਂ ਲਈਆਂ ਅਤੇ ਉਹਨਾਂ ਨੂੰ ਗੱਡੀ ਅੱਗੇ ਜੋੜਿਆ ਅਤੇ ਉਹਨਾਂ ਦੀਆਂ ਵੱਛੀਆਂ ਨੂੰ ਘਰ ਵਿੱਚ ਬੰਨ੍ਹਿਆ ਅਤੇ ਯਹੋਵਾ ਦਾ ਸੰਦੂਕ ਔਰ ਸੋਨੇ ਦੀਆਂ ਚੂਹੀਆਂ ਅਤੇ ਆਪਣੀਆਂ ਮਵੇਸ਼ੀਆਂ ਦੀਆਂ ਮੂਰਤਾਂ ਦੀ ਸੰਦੂਕੜੀ ਨੂੰ ਗੱਡੀ ਵਿੱਚ ਧਰਿਆ। ਤਾਂ ਉਹ ਗਊਆਂ ਸਿੱਧੀਆਂ ਬੇਤ-ਸਮਸ ਦੇ ਰਾਹ ਵੱਲ ਤੁਰ ਪਈਆਂ ਅਤੇ ਉਹ ਸੜਕ ਉੱਤੇ ਤੁਰੀਆਂ ਅਤੇ ਤੁਰਦੀਆਂ ਅੜਾਉਂਦੀਆਂ ਜਾਂਦੀਆਂ ਸਨ ਅਤੇ ਸੱਚੇ ਖੱਬੇ ਪਾਸੇ ਨਾ ਪਵੀਆਂ ਅਤੇ ਫਲਿਸਤੀ ਸਰਦਾਰ ਉਹਨਾਂ ਦੇ ਪਿੱਛੇ ਬੇਤ-ਸਮਸ ਦੇ ਬੰਨੇ ਤੋੜੀ ਗਏ ਅਤੇ ਬੇਤ-ਸਮਸ ਦੇ ਲੋਕ ਨਿਵਾਣ ਵਿੱਚ ਕਣਕ ਦੀਆਂ ਵਾਢੀਆਂ ਕਰਦੇ ਸਨ। ਜਦ ਉਹਨਾਂ ਨੇ ਅੱਖੀਆਂ ਚੁੱਕੀਆਂ ਤਾਂ ਸੰਦੂਕ ਨੂੰ ਡਿੱਠਾ ਅਤੇ ਵੇਖਦਿਆਂ ਸਾਰ ਆਨੰਦ ਹੋ ਗਏ ਅਤੇ ਗੱਡੀ ਬੇਤ-ਸਮਸੀ ਯਹੋਸ਼ੁਆ ਦੀ ਪੈਲੀ ਵਿੱਚ ਆਈ ਅਤੇ ਜਿੱਥੇ ਇੱਕ ਵੱਡਾ ਪੱਥਰ ਸੀ ਉੱਤੇ ਖਲੋ ਗਈ। ਸੋ ਉਹਨਾਂ ਨੇ ਗੱਡੀ ਦੀਆਂ ਲੱਕੜੀਆਂ ਨੂੰ ਚੀਰੀਆਂ ਅਤੇ ਗਊਆਂ ਨੂੰ ਹੋਮ ਦੀ ਬਲੀ ਕਰਕੇ ਯਹੋਵਾ ਲਈ ਚੜਾਇਆ ਅਤੇ ਲੇਵੀਆਂ ਨੇ ਯਹੋਵਾ ਦੇ ਸੰਦੂਕ ਨੂੰ ਉਸ ਸੰਦੂਕੜੀ ਸਣੇ ਜੋ ਉਸ ਦੇ ਨਾਲ ਸੀ ਅਤੇ ਜਿਸ ਦੇ ਵਿੱਚ ਸੋਨੇ ਦੀਆਂ ਵਸਤਾਂ ਸਨ ਹਿੱਟਾਂ ਲਾਈਆਂ ਅਤੇ ਉਹਨੂੰ ਉਸ ਵੱਡੇ ਪੱਥਰ ਉੱਤੇ ਧਰਿਆ ਅਤੇ ਬੇਤ-ਸਮਸ ਦੀਆਂ ਲੋਕਾਂ ਨੇ ਉਸ ਦਿਨ ਯਹੋਵਾ ਦੇ ਲਈ ਹੋਮ ਦੀਆਂ ਬਲੀਆਂ ਚੜਾਈਆਂ ਅਤੇ ਹੋਰ ਬਲੀਆਂ ਵੀ ਦਿੱਤੀਆਂ। ਜਦ ਉਹਨਾਂ 5 ਫਲਿਸਤੀ ਸਰਦਾਰ ਨੇ ਇਹ ਡਿੱਠਾ ਤਾਂ ਉਹ ਉਸੇ ਦਿਨ ਅਕਰੋਨ ਨੂੰ ਮੁੜ ਗਏ ਅਤੇ ਇਹ ਸੋਨੇ ਦੀਆਂ ਮਵੇਸ਼ੀਆਂ ਜੋ ਫਲਿਸਤੀਆਂ ਨੇ ਦੋਸਤ ਦੀ ਭੇਂਟ ਲਈ ਯਹੋਵਾ ਨੂੰ ਚੜਾਇਆ, ਉਹਨਾਂ ਵਿੱਚੋਂ ਇੱਕ ਅਸਦੋਦ ਵੱਲੋਂ ਸੀ, ਇੱਕ ਅਜਾ ਦੀ, ਇੱਕ ਅਸਕਲੋਨ ਦੀ, ਇੱਕ ਗਾਤ ਦੀ ਅਤੇ ਇੱਕ ਅਰਨੋਨ ਦੀ। ਅਤੇ ਇਹ ਸੋਨੇ ਦੀਆਂ ਸੂਹੀਆਂ ਫਲਿਸਤੀਆਂ ਦੇ 5 ਸਰਦਾਰਾਂ ਦੇ ਸ਼ਹਿਰਾਂ ਦੀ ਗਿਣਤੀ ਅਨੁਸਾਰ ਸਨ, ਭਾਵੇਂ ਗੜ੍ਹ ਵਾਲੇ ਸ਼ਹਿਰਾਂ ਦੇ ਭਾਵੇਂ ਬਾਹਰਲੇ ਪਿੰਡਾਂ ਦੇ, ਜਿਨ੍ਹੇ ਅਬੇਲ ਦੇ ਵੱਡੇ ਪੱਥਰ ਤੋੜੀ ਸਨ, ਜਿਹਦੇ ਉੱਤੇ ਉਹਨਾਂ ਨੇ ਯਹੋਵਾ ਦੇ ਸੰਦੂਕ ਨੂੰ ਰੱਖਿਆ ਹੈ।
ਉਹ ਅੱਜ ਦੇ ਦਿਨ ਤੋੜੀ ਬਿਤਸਮਸੀ ਯਹੋਸ਼ੂਆ ਦੇ ਪਹਿਲੀ ਵਿੱਚ ਹੈ। ਉਹਨੇ ਬਿਤਸਮਸ ਦੀਆਂ ਲੋਕਾਂ ਨੂੰ ਇਸ ਲਈ ਮਾਰਿਆ ਜੋ ਉਹਨਾਂ ਨੇ ਯਹੋਵਾ ਦੇ ਸੰਦੂਕ ਦੇ ਵਿੱਚ ਵੇਖਿਆ ਸੀ। ਉਸਨੇ 50,000 ਅਤੇ 70 ਮਨੁੱਖ ਉਹਨਾਂ ਵਿੱਚ ਮਾਰ ਸੁੱਟੇ ਅਤੇ ਉੱਤੋਂ ਦੇ ਲੋਕ ਦੁਖੀ ਹੋਏ, ਇਸ ਲਈ ਜੋ ਯਹੋਵਾ ਨੇ ਲੋਕਾਂ ਨੂੰ ਵੱਡੀ ਮਾਰ ਨਾਲ ਮਾਰਿਆ। ਸੋ ਬਿਤਸਮਸ ਦੇ ਲੋਕ ਬੋਲੇ, ਭਲਾ ਕਿਸੇ ਦੀ ਮਜਾਲ ਹੈ ਜੋ ਕੋਈ ਇਸ ਪਵਿੱਤਰ ਯਹੋਵਾ ਪਰਮੇਸ਼ਰ ਦੇ ਅੱਗੇ ਖਲੋਵੇ ਅਤੇ ਉਹ ਸਾਡੇ ਕੋਲ ਕਿਹਦੇ ਵੱਲ ਜਾਵੇ। ਤਦ ਉਹਨਾਂ ਨੇ ਕੀਰੀਅਤ ਯਾਰੀਮ ਦੇ ਲੋਕ ਵੱਲ ਹਲਕਾਰੇ ਕੱਲੇ ਅਤੇ ਆਖਿਆ, ਫਿਲਿਸਤੀ ਯਹੋਵਾ ਦੇ ਸੰਦੂਕ ਨੂੰ ਮੋੜ ਲਿਆਏ ਹਨ, ਸੋ ਤੁਸੀਂ ਆਵੋ ਅਤੇ ਆਪਣੀ ਵੱਲ ਲੈ ਜਾਓ। ਮੱਤੀ ਦੀ ਇੰਜੀਲ ਅਧਿਆਇ 26। ਯੂੰ ਹੋਇਆ ਕਿ ਜਾਂ ਯਿਸੂ ਇਹ ਸਾਰੀਆਂ ਗੱਲਾਂ ਕਰ ਹਟਿਆ ਤਾਂ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ 2 ਦਿਨਾਂ ਦੀ ਪਿੱਛੋਂ ਫਸਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ। ਤਦ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫੇ ਨਾਮੇ ਸਰਦਾਰ ਜਾਜਕ ਦੇ ਬੇੜੇ ਵਿੱਚ ਇਕੱਠੇ ਹੋਏ ਔਰ ਮਤਾ ਪਕਾਇਆ ਜੋ ਯਿਸੂ ਨੂੰ ਛਲ ਨਾਲ ਫੜ ਕੇ ਮਾਰ ਸੁੱਟੀਏ। ਪਰ ਉਹਨਾਂ ਆਖਿਆ, ਜੋ ਤਿਉਹਾਰ ਦੇ ਦਿਨ ਨਹੀਂ ਕਿਤੇ ਲੋਕਾਂ ਵਿੱਚ ਬਲਵਾ ਨਾ ਹੋ ਜਾਏ। ਅਤੇ ਜਾਂ ਯਿਸੂ ਬੈਥਾਨੀਆ ਵਿੱਚ ਸਮੂਨ ਕੋੜੀ ਦੇ ਘਰ ਸੀ ਤਾਂ ਇੱਕ 30 ਮਹਿੰਗ ਮੁੱਲਾ ਅਤਰ ਸੀਸੀ ਵਿੱਚ ਉਹਦੇ ਕੋਲ ਲਿਆਈ ਔਰ ਜਿਸ ਵੇਲੇ ਉਹ ਰੋਟੀ ਖਾਣ ਬੈਠਾ ਹੋਇਆ ਸੀ ਉਹਦੇ ਸਿਰ ਉੱਤੇ ਡੋਲ ਦਿੱਤਾ। ਪਰ ਚੇਲੇ ਇਹ ਵੇਖ ਕੇ ਖਿੱਚ ਗਏ ਅਤੇ ਬੋਲੇ, ਇਹ ਨੁਕਸਾਨ ਕਾਹਨੂੰ ਹੋਇਆ, ਕਿਉਂਕਿ ਹੋ ਸਕਦੀ ਸੀ ਜੋ ਇਹ ਵੱਡੀ ਮੁੱਲ ਨਾਲ ਵਿਕਦਾ ਅਤੇ ਕੰਗਾਲ ਨੂੰ ਦਿੱਤਾ ਜਾਂਦਾ। ਪਰ ਯਿਸੂ ਨੇ ਇਹ ਜਾਣ ਕੇ ਉਹਨਾਂ ਨੂੰ ਆਖਿਆ, ਇਸ ਟੀਵੀ ਨੂੰ ਕਿਉਂ ਉੱਕੀਆਂ ਕਰਦੇ ਹੋ, ਕਿਉਂ ਜੋ ਉਹਨੇ ਮੇਰੇ ਨਾਲ ਚੰਗਾ ਵਰਤਾਵਾ ਕੀਤਾ ਹੈ। ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ, ਪਰ ਮੈਂ ਸਦਾ ਤੁਹਾਡੇ ਨਾਲ ਨਹੀਂ ਰਹਾਂ। ਇਹ ਅਤਰ ਜੋ ਉਸਨੇ ਮੇਰੀ ਦੇਹੀ ਉੱਤੇ ਪਾਈ ਸੋ ਮੇਰੇ ਦਫਨਾਉਣ ਲਈ ਕੀਤਾ ਹੈ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਇਸ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ ਉੱਤੇ ਇਹ ਵੀ ਜੋ ਉਹਨੇ ਕੀਤਾ ਹੈ ਉਹਦੀ ਯਾਦਗਾਰੀ ਲਈ ਕਿਹਾ ਜਾਵੇਗਾ। ਤਦ ਉਹਨਾਂ 12 ਵਿੱਚੋਂ ਇੱਕ ਨੇ, ਜਿਹਦਾ ਨਾਮ ਯਹੂਦਾ ਇਸਕਾਰਿਓਤੀ ਸੀ, ਪ੍ਰਧਾਨ ਜਾਜਕਾਂ ਕੋਲ ਜਾ ਕੇ ਆਖਿਆ, ਜੇ ਮੈਂ ਉਹਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤਾਂ ਉਹਨਾਂ ਉਸ ਨੂੰ 30 ਰੁਪਏ ਤੋਲ ਦਿੱਤੇ ਅਤੇ ਉਹ ਉਸੇ ਵੇਲਿਓ ਉਸਦੇ ਫੜਵਾਉਣ ਦਾ ਦਾਅ ਲੱਭਦਾ ਸੀ। ਪਤਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਆਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾ ਤਿਆਰ ਕੀਤੀ। ਜਾਂ ਸੰਝ ਹੋਈ ਤਾਂ ਉਹ 12 ਚੇਲਿਆਂ ਸਣੇ ਬੈਠਾ ਖਾਂਦਾ ਸੀ। ਔਰ ਜਦ ਉਹ ਖਾ ਰਹੇ ਸਨ, ਉਸਨੇ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਤੁਹਾਡੇ ਵਿੱਚ ਇੱਕ ਮੈਨੂੰ ਫੜਵਾਵੇਗਾ। ਤਾਂ ਉਹ ਬਹੁਤ ਉਦਾਸ ਹੋਏ ਅਤੇ ਹਰੇਕ ਉਹਨੂੰ ਆਖਣ ਲੱਗੇ, ਪ੍ਰਭੂ ਜੀ, ਕੀ ਉਹ ਮੈਂ ਹਾਂ? ਉਹਨੇ ਉੱਤਰ ਦਿੱਤਾ, ਜਿਹਨੇ ਮੇਰੇ ਨਾਲ ਕਟੋਰੇ ਵਿੱਚ ਹੱਥ ਪਾਇਆ ਹੈ, ਉਹ ਫੜਵਾਏਗਾ। ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ ਜਿਵੇਂ ਉਹਦੇ ਹੱਕ ਵਿੱਚ ਲਿਖਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਹਦੀ ਰਾਹੀਂ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ। ਉਸ ਮਨੁੱਖ ਦੇ ਲਈ ਭਲਾ ਹੁੰਦਾ ਜੇ ਉਹ ਨਿਜ ਜੰਮਦਾ। ਤਦ ਯਹੂਦਾ
ਜੀ ਨੇ ਉਹਨੂੰ ਫੜਵਾਇਆ। ਅੱਗੋਂ ਬੋਲੀਆਂ, ਸਵਾਮੀ ਜੀ ਕੀ ਉਹ ਮੈਂ ਹਾਂ? ਉਸ ਉਹਨੂੰ ਆਖਿਆ, ਤੈਂ ਆਪੇ ਆਖ ਦਿੱਤਾ। ਜਦ ਉਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਔਰ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਅਤੇ ਮੈਂ ਤੁਹਾਨੂੰ ਆਖਦਾ ਹਾਂ, ਜੋ ਇਦੋਂ ਅੱਗੋਂ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ, ਜਿਸ ਦਿਨ ਤੱਕ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। ਫਿਰ ਉਹ ਭਜਨ ਗਾ ਕੇ ਜੈਤੂਨ ਦੇ ਪਹਾੜ ਨੂੰ ਨਿਕਲ ਗਏ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਅੱਜ ਰਾਤ ਤੁਸੀਂ ਸਭੇ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਇਹ ਲਿਖਿਆ ਹੈ, ਜੋ ਮੈਂ ਅਯਾਲੀ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਖਿੱਲਰ ਜਾਣਗੀਆਂ। ਪਰ ਮੈਂ ਆਪਣੇ ਜੀ ਉੱਠਣ ਦੇ ਪਿੱਛੋਂ ਤੋਂ ਅੱਗੇ ਗਲੀਲ ਨੂੰ ਜਾਵਾਂਗਾ। ਤਦ ਪਤਰਸ ਨੇ ਉਹਨੂੰ ਉੱਤਰ ਦਿੱਤਾ, ਭਾਵੇਂ ਤੇਰੇ ਕਾਰਨ ਸਭੇ ਠੋਕਰ ਖਾਣ, ਪਰ ਮੈਂ ਠੋਕਰ ਨਹੀਂ ਖਾਵਾਂਗਾ। ਯਿਸੂ ਨੇ ਉਹਨੂੰ ਕਿਹਾ, ਮੈਂ ਤੈਨੂੰ ਸੱਚ ਆਖਦਾ ਹਾਂ, ਜੋ ਅੱਜ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ 3 ਵਾਰੀ ਤੂੰ ਮੇਰਾ ਇਨਕਾਰ ਕਰੇਗਾ। ਪਤਰਸ ਨੇ ਉਹਨੂੰ ਕਿਹਾ, ਭਾਵੇਂ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਤਾਂ ਵੀ ਮੈਂ ਤੇਰੇ ਇਨਕਾਰ ਕਦੀ ਨਾ ਕਰਾਂਗਾ। ਅਤੇ ਸਾਰੇ ਚੇਲੇ ਇਸ ਤਰ੍ਹਾਂ ਆਖਣ ਲੱਗੇ। ਤਦ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਮੇ ਇੱਕ ਥਾਂ ਵਿੱਚ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, ਤੁਸੀਂ ਇੱਥੇ ਬੈਠੇ ਜਿੰਨਾ ਚਿਰ ਮੈਂ ਉੱਤੇ ਜਾ ਕੇ ਪ੍ਰਾਰਥਨਾ ਕਰਾਂ। ਅਤੇ ਪਤਰਸ ਅਤੇ ਔਰ ਜ਼ਬਦੀ ਦੇ ਦੋਵੇਂ ਪੁੱਤਰ ਨੂੰ ਨਾਲ ਲੈ ਕੇ ਉਹ ਉਦਾਸ ਅਤੇ ਦਿਲਗੀਰ ਹੋਣ ਲੱਗਾ। ਫਿਰ ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤਿੱਕਰ। ਤੁਸੀਂ ਵੇਖੋ, ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਔਰ ਥੋੜਾ ਅੱਗੇ ਵੱਧ ਕੇ ਮੂੰਹ ਪਾਰ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, हे ਮੇਰੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੇਤੋਂ ਟਲ ਜਾਵੇ, ਪਰ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਪਰ ਉਹ ਜੋ ਤੂੰ ਚਾਹੁੰਦਾ ਹੈ। ਅਤੇ ਚੇਲਿਆਂ ਦੇ ਕੋਲ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਆਖਿਆ, ਇਹੀ ਕੀ ਤੁਹਾਤੋਂ ਮੇਰੀ ਨਾਲ ਕੀ ਕੜੀ ਵੀ ਨਾ ਜਾਗ ਹੋਇਆ? ਜਾਗੋ ਅਤੇ ਪ੍ਰਾਰਥਨਾ ਕਰੋ, ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ। ਫਿਰ ਉਹ ਦੁਖੀ ਵਾਰ ਗਿਆ ਅਤੇ ਇਹ ਕਹਿ ਕੇ ਉਹਨੇ ਪ੍ਰਾਰਥਨਾ ਕੀਤੀ, ਹੈ ਮੇਰੇ ਪਿਤਾ, ਜੇ ਇਹ ਮੇਰੇ ਪੀਣ ਬਿਨਾ ਨਹੀਂ ਟਲ ਸਕਦਾ ਤਾਂ ਤੇਰੀ ਮਰਜ਼ੀ ਹੋਵੇ। ਅਤੇ ਉਸਨੇ ਆਣ ਕੇ ਉਹਨਾਂ ਨੂੰ ਫਿਰ ਸੁੱਤੇ ਹੋਏ ਵੇਖਿਆ, ਕਿਉਂ ਜੋ ਉਹਨਾਂ ਦੀਆਂ ਅੱਖਾਂ ਨੀਂਦਰ ਨਾਲ ਭਰੀਆਂ ਹੋਈਆਂ ਸਨ। ਅਤੇ ਉਹਨਾਂ ਨੂੰ ਫਿਰ ਛੱਡ ਕੇ ਗਿਆ ਔਰ ਉਹ ਗੱਲ ਕਹਿ ਕੇ ਤੀਜੀ ਵਾਰੀ ਪ੍ਰਾਰਥਨਾ ਕੀਤੀ। ਫਿਰ ਚੇਲਿਆਂ ਕੋਲ ਆਣ ਕੇ ਉਹਨਾਂ ਨੂੰ ਆਖਿਆ, ਹੁਣ ਤੁਸੀਂ ਸੁੱਤੇ ਰਹੋ ਅਤੇ ਵਿਸਰਾਮ ਕਰੋ। ਵੇਖੋ, ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ। ਉੱਠੋ, ਚੱਲੀਏ, ਵੇਖੋ ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ, ਆ ਪਹੁੰਚਿਆ ਅਤੇ ਪ੍ਰਧਾਨ ਜਾਜਕਾਂ ਔਰ ਲੋਕਾਂ ਦੇ ਬਜ਼ੁਰਗਾਂ ਦੇ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਹਦੇ ਨਾਲ ਸੀ। ਅਤੇ ਉਹਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਭਾਈ ਜਿਹਨੂੰ ਮੈਂ ਚੁੰਮਾ ਉਹ ਹੈ, ਉਸ ਨੂੰ ਫੜ ਲੈਣਾ। ਔਰ ਝੱਟ ਯਿਸੂ ਕੋਲ ਆਣ ਕੇ ਉਹਨੇ ਆਖਿਆ, ਸਵਾਮੀ ਜੀ ਆਦੇਸ਼, ਅਤੇ ਉਸ ਨੂੰ ਚੁੰਮਿਆ। ਤਾਂ ਯਿਸੂ ਨੇ ਉਹਨੂੰ ਆਖਿਆ, ਬੋਲਿਆ, ਕਿਵੇਂ ਆਇਆ? ਤਦ ਉਹਨਾਂ ਨੇ ਕੋਲ ਆਣ ਕੇ ਯਿਸੂ ਉੱਤੇ ਹੱਥ ਪਾਇਆ ਅਤੇ ਉਹਨੂੰ ਫੜ ਲਿਆ। ਔਰ ਵੇਖੋ, ਯਿਸੂ ਦੇ ਨਾਲ ਦੀਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਤੋੜ ਲਈ ਅਤੇ ਸਰਦਾਰ ਜਾਜਕ ਦੇ ਨੌਕਰ ਨੂੰ ਮਾਰ ਕੇ ਉਹਦਾ ਕੰਨ ਉਡਾ ਦਿੱਤਾ। ਤਦ ਯਿਸੂ ਨੇ ਉਹਨੂੰ ਆਖਿਆ,
अपनी तलवार ध्यान कर, क्योंकि सब जो तलवार खिंचदे हन तलवार नाल मरे जाणगे। की तू ये समझदा है जो मैं अपने पिता कोल बिनती नहीं कर सकदा अते ਉਹ ਹੁਣ ਦੂਤਾਂ ਦੀ 12 ਫੌਜਾਂ ਨੂੰ ਵਧਿਕ ਮੇਰੇ ਕੋਲ ਹਾਜ਼ਰ ਨਾ ਕਰੇਗਾ। ਮੇਰੇ ਫਿਰ ਉਹ ਲਿਖਤਾਂ ਪਈ ਅਜਿਹਾ ਹੋਣਾ ਜ਼ਰੂਰ ਹੈ ਕਿੱਕਰ ਪੂਰੀਆਂ ਹੁੰਦੀਆਂ। ਇਸੇ ਵੇਲੇ ਯਿਸੂ ਨੇ ਉਸ ਭੀੜ ਨੂੰ ਆਖਿਆ, ਤਲਵਾਰ ਅਤੇ ਡਾਂਗਾ ਫੜੀ, ਕਿ ਤੁਸੀਂ ਮੈਨੂੰ ਡਾਕੂ ਵਾਂਗੂ ਫੜਨ ਨੂੰ ਨਿਕਲੇ ਹੋ। ਮੈਂ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸਾਂ ਅਤੇ ਤੁਸਾਂ ਮੈਨੂੰ ਨਾ ਫੜਿਆ, ਪਰ ਇਹ ਸਭ ਕੁਝ ਇਸ ਲਈ ਹੋਇਆ ਜੋ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ। ਤਦ ਸਾਰੇ ਚੇਲੇ ਉਹਨੂੰ ਛੱਡ ਕੇ ਭੱਜ ਗਏ। ਜਿਨ੍ਹਾਂ ਨੇ ਯਿਸੂ ਨੂੰ ਫੜਿਆ ਸੀ ਸੋ ਸਰਦਾਰ ਜਾਜਕ ਕਯਾਫਾ ਦੇ ਕੋਲ, ਜਿੱਥੇ ਗ੍ਰੰਥੀ ਔਰ ਬਜ਼ੁਰਗ ਇਕੱਠੇ ਹੋਏ ਸਨ, ਉਹਨੂੰ ਲੈ ਗਏ ਅਤੇ ਪਤਰਸ ਕੁਝ ਵਿੱਤ ਨਾਲ ਉਹਦੇ ਪਿੱਛੇ ਪਿੱਛੇ ਸਰਦਾਰ ਜਾਜਕ ਦੇ ਵਿਹੜੇ ਤੱਕ ਚੱਲਿਆ ਗਿਆ ਅਤੇ ਅੰਦਰ ਜਾ ਕੇ ਸਿਪਾਹੀਆਂ ਨਾਲ ਬੈਠਾ ਪਈ ਉੜਕ ਨੂੰ ਵੇਖੇ। ਪ੍ਰਧਾਨ ਜਾਜਕ ਔਰ ਸਾਰੀ ਮਹਾਸਭਾ ਯਿਸੂ ਦੇ ਵਿਰੋਧ ਉਹਦੇ ਜਾਨੋਂ ਮਾਰਨ ਲਈ ਝੂਠੀ ਗਵਾਹੀ ਢੂੰਡਦੀ ਸੀ, ਪਰ ਨਾ ਲੱਭੀ। ਭਾਵੇਂ ਝੂਠੇ ਗਵਾਹ ਬਹੁਤ ਆਏ, ਪਰ ਉੜਕ ਨੂੰ 2 ਜਣੇ ਅੱਗੇ ਆਣ ਕੇ ਬੋਲੇ, ਇਹਨੇ ਆਖਿਆ, ਮੈਂ ਪਰਮੇਸ਼ਰ ਦੀ ਹੈਕਲ ਨੂੰ ਢਾਹ ਕੇ 3 ਦਿਨਾਂ ਵਿੱਚ ਉਹਨੂੰ ਬਣਾ ਸਕਦਾ ਹਾਂ। ਅਤੇ ਸਰਦਾਰ ਜਾਜਕ ਨੇ ਖਲੋ ਕੇ ਉਹਨੂੰ ਆਖਿਆ, ਕਿ ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੋਧੀ ਕੀ ਉਗਾਹੀ ਦਿੰਦੇ ਹਨ? ਪਰ ਯਿਸੂ ਚੁੱਪ ਹੀ ਰਹਾ। ਅਤੇ ਸਰਦਾਰ ਜਾਜਕ ਨੇ ਉਹਨੂੰ ਆਖਿਆ, ਮੈਂ ਤੈਨੂੰ ਜੀਵਦੇ ਪਰਮੇਸ਼ਰ ਦੀ ਸਹੁੰ ਦਿੰਦਾ ਹਾਂ ਭਈ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ। ਯਿਸੂ ਨੇ ਉਹਨੂੰ ਕਿਹਾ, ਤੈਂ ਸੱਚ ਆਖ ਦਿੱਤਾ ਹੈ, ਪਰ ਮੈਂ ਤੁਹਾਨੂੰ ਆਖਦਾ ਹਾਂ, ਜੋ ਇਦੋਂ ਅੱਗੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਕੁਦਰਤ ਦੇ ਸੱਜੇ ਹੱਥ ਵਿਰਾਜਮਾਨ ਹੋਇਆ ਅਤੇ ਆਕਾਸ਼ ਦੇ ਬਦਲਾਂ ਉੱਤੇ ਆਉਂਦਾ ਵੇਖੋਗੇ। ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਫਾੜ ਕੇ ਆਖਿਆ, ਇਸ ਕੁਫਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਔਰ ਕੀ ਲੋੜ ਹੈ? ਵੇਖੋ ਹੁਣੇ ਤੁਸੀਂ ਇਹ ਕੁਫਰ ਸੁਣਿਆ, ਤੁਹਾਡੀ ਕੀ ਸਲਾਹ ਹੈ? ਉਹਨਾਂ ਨੇ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ। ਤਦ ਉਹਨਾਂ ਨੇ ਉਹਦੇ ਮੂੰਹ ਉੱਤੇ ਤੁੱਕਿਆ ਔਰ ਉਹਨੂੰ ਮੁੱਕੇ ਮਾਰ ਕੇ ਔਰ ਹੋਰਨਾਂ ਨੇ ਚਪੇੜਾ ਮਾਰ ਕੇ ਕਿਹਾ, ਹੇ ਮਸੀਹ, ਸਾਨੂੰ ਅਗਮ ਗਿਆਨ ਨਾਲ ਦੱਸ, ਤੈਨੂੰ ਕਿਨੇ ਮਾਰਿਆ? ਅਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਔਰ ਇੱਕ ਗੋਲੀ ਉਹਦੇ ਕੋਲ ਆਣ ਕੇ ਬੋਲੀ, ਯਿਸੂ ਗਲੀਲੀ ਦੇ ਨਾਲ ਤੂੰ ਵੀ ਸੈਂ? ਪਰ ਉਹਨੇ ਸਭਨਾਂ ਦੇ ਅੱਗੇ ਮੁੱਕਰ ਕੇ ਆਖਿਆ, ਮੈਂ ਨਹੀਂ ਜਾਣਦਾ ਤੂੰ ਕੀ ਬੋਲਦੀ ਹੈ। ਤਦ ਉਹ ਬਾਹਰ ਡੇਵੜੀ ਵਿੱਚ ਗਿਆ। ਤੂੰ ਹੀ ਨੇ ਉਹਨੂੰ ਵੇਖ ਕੇ ਉਹਨੂੰ ਜਿਹੜੀ ਉੱਤੇ ਸਨ ਆਖਿਆ, ਇਹ ਵੀ ਯਿਸੂ ਨਾਸਰੀ ਦੇ ਨਾਲ ਸੀ। ਅਤੇ ਉਹ ਸਹੁੰ ਖਾ ਕੇ ਫਿਰ ਮੁੱਕਰ ਗਿਆ, ਜੋ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। ਔਰ ਥੋੜੇ ਚਿਰ ਪਿੱਛੋਂ ਜਿਹੜੇ ਉੱਤੇ ਖੜੇ ਸਨ ਉਹਨਾਂ ਨੇ ਕੋਲ ਆਣ ਕੇ ਪਤਰਸ ਨੂੰ ਕਿਹਾ, ਸੱਚੀ ਮੁੱਚੀ ਤੂੰ ਵੀ ਉਹਨਾਂ ਵਿੱਚ ਹੈ, ਤੇਰੀ ਬੋਲੀ ਪਈ ਦੱਸਦੀ ਹੈ। ਅਤੇ ਉਹ ਸ਼ਰਾਬ ਦੇਣ ਔਰ ਸੌ ਖਾਣ ਲੱਗਾ, ਭਈ ਮੈਂ ਉਸ ਮਨੁੱਖ ਨੂੰ ਜਾਣਦਾ ਹੀ ਨਹੀਂ। ਅਤੇ ਉਹਵੇ ਕੁੱਕੜ ਨੇ ਬਾਂਗ ਦਿੱਤੀ। ਤਦੋਂ ਪਤਰਸ ਨੂੰ ਉਹ ਗੱਲ ਚੇਤੀ ਆਈ ਜਿਹੜੀ ਯਿਸੂ ਨੇ ਆਖੀ ਸੀ, ਜੋ ਕੁੱਕੜ ਦੇ ਬਾਂਗ ਦੇਣ ਤੋਂ ਅੱਗੇ 3 ਵਾਰੀ ਤੂੰ ਮੇਰਾ ਇਨਕਾਰ ਕਰੇਗਾ। ਅਤੇ ਉਹ ਬਾਹਰ ਗਿਆ ਔਰ ਫੂਫਾ ਮਾਰ ਕੇ ਰੋਇਆ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪੱਤੀ ਦੀ ਕਿਤਾਬ ਅਧਿਆਇ 27। ਇਸ ਵਿੱਚ ਆਪਾਂ ਵੇਖਦੇ ਹਾਂ ਇਸਹਾਕ ਨੂੰ ਧੋਖਾ ਦੇ ਕੇ ਯਾਕੂਬ ਉਸ ਤੋਂ ਆਸੀਸਾਂ ਨੂੰ ਲੈ ਕੇ ਜਾਂਦਾ ਹੋਇਆ। ਉਸ ਗੱਲ ਤੋਂ ਬਾਅਦ ਆਪਾਂ ਵੇਖਦੇ ਹਾਂ ਈਸਾਵ ਉਹਦੇ ਬਾਪ ਕੋਲ ਯਾਨੀ ਕਿ ਇਸਹਾਕ ਕੋਲ ਆਕੇ ਪੁੱਛਦਾ, ਮੇਰੇ ਲਈ ਇੱਕ ਵੀ ਆਸੀਸ ਤੂੰ ਨਹੀਂ ਰੱਖਿਆ? ਤਾਂ ਉਹ ਆਖਦਾ ਹੈ,
मेरे पुत्र मैं तेरे लिए कुछ भी नहीं रखिया। तेरा भरा ने मैनू धोखा दे के तेरा सारे आसीस नू आप ही ले गया। जे इसनू इस प्रकार आपां वेखीए तां उस माहौल दे विच जे याकूब होवे, याकूब दा भी यही हाल होना है कि वो ये पूछना है, हे पिता तू मेरे लिए एक भी आसीस नहीं छड्डिया। हाँ प्रभु दे प्यारियो, तां प्रभु जानदा सी इसहाक दे उस सोच नू। वो अपने बड़े पुत्र दे ले सारे आसीसां नू रखिया सी अते एक भी आसीस अपने छोटे ਲਈ नहीं रखिया। ਤਾਂ ਯਹੋਵਾ ਪਰਮੇਸ਼ਰ ਉਹਦੀ ਮਰਜ਼ੀ ਨੂੰ ਯਾਕੂਬ ਦੀ ਜ਼ਿੰਦਗੀ ਦੇ ਵਿੱਚ ਦਿਖਾਉਣ ਲਈ ਉਹ ਇਸਹਾਕ ਯਾਕੂਬ ਤੋਂ ਧੋਖਾ ਖਾਣ ਦਾ ਇੱਕ ਸਮਾਂ ਨੂੰ ਬਖਸ਼ ਰਿਹਾ ਹੈ, ਕਿਉਂਕਿ ਯਹੋਵਾ ਪਰਮੇਸ਼ਰ ਇਨਸਾਨ ਦੀ ਉਹਨਾਂ ਸੋਚਾਂ ਦੀ ਡੂੰਘਾਈ ਨੂੰ ਜਾਣਦਾ ਹੈ। ਇਸੇ ਪ੍ਰਕਾਰ ਆਪਾਂ ਵੇਖੀਏ ਪਹਿਲਾ ਸਾਮੂਏਲ ਦੀ ਕਿਤਾਬ ਅਧਿਆਇ 5 ਇਸ ਵਿੱਚ ਆਪਾਂ ਵੇਖਦੇ ਹਾਂ ਫਲਿਸਤੀ ਪਰਮੇਸ਼ਰ ਦੇ ਉਸ ਸੰਦੂਕ ਨੂੰ ਉਹ ਲੈ ਜਾ ਕੇ ਦਾਗੋਨ ਦੇ ਮੰਦਿਰ ਦੇ ਵਿੱਚ ਰੱਖਦੇ। ਫਿਲਿਸਤੀ ਇਹ ਸੋਚਦੇ ਸੀ ਕਿ ਦਾਗੋਨ ਦੇਵਤਾ ਜੋ ਹੈ ਇਸਰਾਏਲ ਦੀ ਵੱਡੇ ਪਰਮੇਸ਼ਰ ਨੂੰ ਹਰਾ ਦਿੱਤੀ ਹੈ ਅਤੇ ਉਹਨਾਂ ਸੱਚਾ ਪਰਮੇਸ਼ਰ ਦੀ ਬੱਚਿਆਂ ਨੂੰ ਸਾਡੇ ਹੱਥੋਂ ਹਰਾ ਦਿੱਤੀ ਹੈ। ਇਸ ਨੂੰ ਉਹ ਸੋਚ ਕੇ ਪਰਮੇਸ਼ਰ ਦੇ ਸੰਦੂਕ ਨੂੰ ਲੈ ਜਾ ਕੇ ਉਹਨਾਂ ਦੇ ਉਸ ਦਾਗੋਨ ਦੇ ਮੰਦਿਰ ਦੇ ਵਿੱਚ ਰੱਖਦੇ। ਸਿਰਫ ਪਰਮੇਸ਼ਰ ਹੀ ਜਾਣਦਾ ਸੀ, ਕਿਉਂਕਿ ਪਰਮੇਸ਼ਰ ਇਸਰਾਏਲੀਆਂ ਨੂੰ ਸਜ਼ਾ ਦੇਣਾ ਸੀ, ਤਾਂ ਕਰਕੇ ਪਰਮੇਸ਼ਰ ਨੇ ਇਸਰਾਏਲੀਆਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਰਿਹਾ ਹੈ। ਪਰ ਫਿਲਿਸਤੀ ਇਹ ਸਮਝਦੇ ਕਿ ਸਾਡੇ ਦਾਗੋਨ ਨੇ ਉਹਨਾਂ ਨੂੰ ਹਰਾ ਦਿੱਤਾ, ਤਾਂ ਕਰਕੇ ਉਹ ਪਰਮੇਸ਼ਰ ਦੇ ਸੰਦੂਕ ਨੂੰ ਲੈ ਜਾ ਕੇ ਉਹਨਾਂ ਦੇ ਮੰਦਿਰ ਦੇ ਵਿੱਚ ਰੱਖਦੇ। ਪਰ ਪਰਮੇਸ਼ਰ ਉਹਨਾਂ ਦੀ ਦੇਵਤਾ ਨੂੰ ਉਹਦੇ ਪੈਰਾਂ ਦੇ ਥੱਲੇ ਡੇਗਦਾ ਅਤੇ ਉਹਨਾਂ ਦੇ ਲੋਕਾਂ ਨੂੰ ਬਵਾਂ ਨਾਲ ਮਾਰਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ, ਕਿਉਂਕਿ ਪਰਮੇਸ਼ਰ ਲੋਕਾਂ ਦੀ ਸੋਚ ਨੂੰ ਜਾਣਦਾ ਹੈ ਅਤੇ ਇੱਕ ਜੋ ਕਰਮਾਂ ਉਹ ਕਰਦੇ ਨੇ ਉਹਨਾਂ ਗੱਲਾਂ ਨੂੰ ਵੀ ਉਹ ਜਾਣਦਾ ਹੈ। ਇਸੇ ਪ੍ਰਕਾਰ ਪਹਿਲਾ ਸਾਮੂਏਲ ਦੀ ਕਿਤਾਬ ਅਧਿਆਇ 6 ਦੇ ਵਿੱਚ ਵੇਖਦੇ ਹਾਂ ਉਹ ਡਰ ਦੇ ਮਾਰੇ ਫਲਿਸਤੀ ਪਰਮੇਸ਼ਰ ਦੇ ਸੰਦੂਕ ਨੂੰ ਵਾਪਸ ਮੋੜਦੇ। ਜਦ ਉਹ ਮੋੜਦੇ ਤਾਂ ਜਿਨ੍ਹਾਂ ਕੋਲ ਪਰਮੇਸ਼ਰ ਦੇ ਸੰਦੂਕ ਪਹੁੰਚਦਾ ਹੈ ਉਹ ਲੋਕ ਪਰਮੇਸ਼ਰ ਦੇ ਸੰਦੂਕ ਦੇ ਵਿੱਚ ਦੇਖ ਕੇ ਪਾਪ ਕਰਦੇ ਅਤੇ ਉਹ ਮਾਰੇ ਜਾਂਦੇ ਪਰਮੇਸ਼ਰ ਦੀ ਉਸ ਸਜ਼ਾ ਦੇ ਕਾਰਨ, ਕਿਉਂਕਿ ਪਰਮੇਸ਼ਰ ਪਵਿੱਤਰ ਹੈ ਅਤੇ ਉਸ ਨੂੰ ਕੋਈ ਔਰ ਛੂਣਾ ਉਹ ਪਸੰਦ ਨਹੀਂ ਕਰਦਾ ਹੈ। ਅਤੇ ਫਿਲਿਸਤੀ ਪਰਮੇਸ਼ਰ ਦੇ ਸੰਦੂਕ ਨੂੰ ਮੋੜਨ ਵੇਲੇ ਕੁਝ ਚੀਜ਼ਾਂ ਨੂੰ ਦੋਸ਼ ਦੀ ਬਲੀਦਾਨ ਕਰਕੇ ਉਹਦੇ ਵਿੱਚ ਭੇਜਦੇ ਨੇ, ਜਦੋਂ ਕਿ ਉਹ ਚੀਜ਼ਾਂ ਪਰਮੇਸ਼ਰ ਦੇ ਲਈ ਅਸ਼ੁੱਧ ਹੈ। ਫਿਰ ਵੀ ਪਰਮੇਸ਼ਰ ਉਹਨਾਂ ਨੂੰ ਕੁਝ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਮਨ ਬਣਾ ਲਿਆ ਕਿ ਪਰਮੇਸ਼ਰ ਦੇ ਸੰਦੂਕ ਨੂੰ ਵਾਪਸ ਭੇਜੀਏ। ਪਰ ਜਿਹੜੇ ਪ੍ਰਭੂ ਦੇ ਲੋਕ ਉਹਦੇ ਸਾਮਰਥ ਨੂੰ ਜਾਣਦੇ ਹੋਏ ਵੀ ਉਸ ਸੰਦੂਕ ਦੇ ਵਿੱਚ ਦੇ ਕੇ ਪਰਮੇਸ਼ਰ ਤੋਂ ਸਜ਼ਾ ਭੋਗਦੇ। ਪ੍ਰਭੂ ਦੇ ਪਿਆਰਿਓ, ਜਿਹੜਾ ਪ੍ਰਭੂ ਤੋਂ ਨਹੀਂ ਪੈ ਕਰਦਾ ਹੈ ਉਸ ਨੂੰ ਵੀ ਉਹ ਜਾਣਦਾ ਹੈ। ਜਿਹੜਾ ਨਿਰਡਰ ਹੋ ਕੇ ਪਰਮੇਸ਼ਰ ਕੋਲ ਵਰਤਦਾ ਹੈ ਉਹਨੂੰ ਜ਼ਰੂਰ ਹੈ ਸਜ਼ਾ ਭੋਗਣ ਦਾ। ਇਸੇ ਪ੍ਰਕਾਰ ਮਤੀ ਦੀ ਇੰਜੀਲ ਅਧਿਆਇ 26 ਦੇ ਵਿੱਚੋਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਵੀ ਪਿਤਾ ਵਾਂਗੂ, ਆਪਣੇ ਹੀ ਪਿਤਾ ਵਾਂਗੂ ਇਨਸਾਨਾਂ ਦੀ ਸੋਚ ਨੂੰ ਜਾਣਦਾ ਸੀ। ਉੱਤੇ ਇੱਕ ਤੀਵੀ ਆ ਕੇ ਪਰਮੇਸ਼ਰ ਦੇ ਉੱਤੇ ਉਸ ਅਤਰ ਨੂੰ ਪਾਉਂਦੀ ਹੈ ਅਤੇ ਉਸ ਤੀਵੀ ਦਾ ਸੋਚ ਨੂੰ ਪ੍ਰਭੂ ਜਾਣਦਾ ਸੀ ਕਿ ਉਹ ਕਹਿੰਦਾ ਕਿ ਇਸ ਤੀਵੀ ਨੂੰ ਤੁਸੀਂ ਔਖੇ ਨਾ ਕਰੋ, ਕਿਉਂਕਿ ਉਹ ਮੇਰੇ ਕੋਲੋਂ ਬਹੁਤ ਕੁਝ ਪਾ ਚੁੱਕੀ ਹੈ। ਉਹਦੇ ਬਦਲੇ ਇਹ ਮੇਰੇ ਲਈ, ਮੇਰੇ ਆਦਰ ਲਈ ਇਸ ਅਤਰ ਨੂੰ ਮੇਰੇ ਲਈ ਤੋੜਦੀ ਹੈ।
ਇਸੇ ਪ੍ਰਕਾਰ ਪ੍ਰਭੂ ਪਰਮੇਸ਼ਰ ਜਾਣਦਾ ਸੀ ਯਹੂਦਾ ਇਸਕਰਿਓਤ ਦਾ ਸੋਚ ਵੀ, ਅਤੇ ਕਹਿੰਦਾ ਹੈ ਕਿ ਤੁਹਾਡੇ ਵਿੱਚੋਂ ਮੈਨੂੰ ਇੱਕ ਪੜਵਾਵੇਗਾ। ਇਸੇ ਪ੍ਰਕਾਰ ਆਪਾਂ ਵੇਖਦੇ ਹਾਂ ਪ੍ਰਭੂ ਪਰਮੇਸ਼ਰ ਪਤਰਸ ਦਾ ਮਨ ਨੂੰ ਵੀ ਜਾਣਦਾ ਸੀ। ਇਸ ਅਧਿਆਇ ਦੇ ਵਿੱਚ ਪਤਰਸ ਕਹਿੰਦਾ, ਜੇ ਪ੍ਰਭੂ ਤੇਰੇ ਕਾਰਨ ਸਭੇ ਠੋਕਰ ਖਾਣ ਪਰ ਮੈਂ ਨਹੀਂ ਖਾਂਦਾ, ਪਰ ਪ੍ਰਭੂ ਕਹਿੰਦਾ ਅੱਜ ਹੀ ਦਿਨ ਤੂੰ ਮੈਨੂੰ ਇਨਕਾਰ ਕਰੇਗਾ, ਕਿਉਂਕਿ ਪਰਮੇਸ਼ਰ ਜਾਣਦਾ ਸੀ ਪਤਰਸ ਦੇ ਮਨ ਦੇ ਵਿੱਚ ਗਮੰਡ ਆ ਗਿਆ ਹੈ ਅਤੇ ਉਸ ਨੂੰ ਤੋੜਨ ਵਾਸਤੇ ਉਸ ਗੱਲ ਉਹਦੇ ਨਾਲ ਵਾਪਰਨ ਦਾ ਸਮਾਂ ਬਖਸ਼ਦਾ ਹੈ। ਇਸੇ ਪ੍ਰਕਾਰ ਇਸ ਅਧਿਆਇ ਦੇ ਵਿੱਚ ਆਖਰੀ ਆਪਾਂ ਵੇਖਦੇ ਹਾਂ ਕੁਝ ਲੋਕ ਪ੍ਰਭੂ ਯਿਸੂ ਮਸੀਹ ਨੂੰ ਪੜਨ ਤੋਂ ਬਾਅਦ ਵੋਕੇ ਕਰਦੇ, ਕਈ ਸਵਾਲਾਂ ਪੁੱਛਦੇ, ਪਰ ਉਹਨਾਂ ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਦਿਲੋਂ ਜਵਾਬ ਦਿੰਦਾ। ਇਸੇ ਪ੍ਰਕਾਰ ਜਿਹੜੇ ਉਹਨੂੰ ਮਾਰਦੇ ਸੀ ਅਤੇ ਉਹ ਪੁੱਛਦੇ ਸੀ ਕਿਨੇ ਤੈਨੂੰ ਮਾਰਿਆ, ਤੂੰ ਦੱਸ, ਪਰ ਪ੍ਰਭੂ ਯਿਸੂ ਮਸੀਹ ਜਾਣਦਾ ਸੀ, ਫਿਰ ਵੀ ਉਹਨਾਂ ਦੇ ਨਾਮ ਨਹੀਂ ਲਿਆ, ਕਿਉਂਕਿ ਉਹ ਜਾਣਦਾ ਸੀ ਕਿ ਮੇਰੇ ਨਾਲ ਜਿਹੜੇ 12 ਚੇਲੇ ਚੱਲਦੇ ਰਹੇ ਉਹਨਾਂ ਨਾਲ ਮੈਂ ਖੁੱਲ ਕੇ ਮੇਰੇ ਪ੍ਰਤੀ ਸਾਰੇ ਗੱਲਾਂ ਨੂੰ ਦੱਸਿਆ, ਫਿਰ ਵੀ ਉਹ ਉਹਨਾਂ ਗੱਲਾਂ ਨੂੰ ਸਮਝ ਨਹੀਂ ਪਾਏ ਅਤੇ ਜਿਹੜੇ ਮੈਨੂੰ ਫੜਵਾਉਣ ਵਾਸਤੇ ਅਤੇ ਮੈਨੂੰ ਮਾਰਨ ਵਾਸਤੇ ਆਏ, ਇਹਨਾਂ ਕੋਲ ਮੈਂ ਖੁੱਲ ਕੇ ਦੱਸਾਂ ਤਾਂ ਵੀ ਇਹ ਮੇਰੇ ਪ੍ਰਤੀ ਨਹੀਂ ਸਮਝਣਗੇ, ਕਿਉਂਕਿ ਪ੍ਰਭੂ ਯਿਸੂ ਮਸੀਹ ਵੀ ਉਹਦੇ ਪਿਤਾ ਵਾਂਗੂ ਸਭਨਾਂ ਦੇ ਮਨ ਨੂੰ ਜਾਣਦਾ ਸੀ। ਪ੍ਰਭੂ ਦੇ ਪਿਆਰੀ, ਉਹਨਾਂ ਸਾਰੇ ਅਧਿਆਇ ਦੇ ਵਿੱਚ ਆਪਾਂ ਇੱਕ ਗੱਲ ਜਾਣਦੇ ਹਾਂ ਕਿ ਪਰਮੇਸ਼ਰ ਤੁਹਾਡੇ ਅਤੇ ਮੇਰੇ ਦਿਲ ਦੀ ਡੂੰਘਾਈ ਸੋਚਾਂ ਨੂੰ ਵੀ ਜਾਣਦਾ, ਜਿਹੜੇ ਕਾਰਨ ਆਪਾਂ ਕੁਝ ਕਰਦੇ ਹਾਂ ਉਸ ਨੂੰ ਵੀ ਉਹ ਜਾਣਦਾ, ਉਹਦੇ ਕੋਲ ਆਪਾਂ ਕੁਝ ਵੀ ਲੁਕੋ ਨਹੀਂ ਸਕਦੇ ਹਾਂ। ਪ੍ਰਭੂ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।